डिप्टी चीफ मिनिस्टर सुखबीर सिंह बादल सी, जिन्हां दे कोले होम सी, जिहड़ा समेत सिंह सैनी सी इन्हां दा DGP सी, जिन्हां ने बड़े बच्चे मारे। मेरे बाप नूं उन्हां ने घरों चक लिया, 3 महीने लभ्या ही नहीं। सिरसे वाले साध दे चेलियां दी मदद करते रहे। ਉਹਦੀ ਫਿਲਮ ਲੱਗ ਗਈ ਮੈਸੇਂਜਰ ਆਫ ਗੋਡ। ਉਹਨੂੰ ਮੈਸੇਂਜਰ ਆਫ ਗੋਡ ਦਾ ਫਿਕਰ ਰਿਹਾ, ਸਿੱਖਾਂ ਦਾ ਫਿਕਰ ਨਹੀਂ ਰਿਹਾਗਾ। ਉਹਦਾ ਪ੍ਰਕਾਸ਼ ਸਿੰਘ ਬਾਦਲ ਸੁਣਦਾ ਨਾ, ਇਹਦਾ ਅਮਲਾ ਸੁਣਦਾ ਨਾ DGP ਹੁੰਦਾ। ਸਿੱਖਾਂ ਨੂੰ ਕੁੱਟੀ ਜਾਂਦੇ ਆ, ਸਰਸੇ ਵਾਲੇ ਸਾਧ ਨੂੰ ਬਚਾਈ ਜਾਂਦੇ ਆ। ਜੇ 6 ਬੰਦਿਆਂ ਨੂੰ ਫੜ ਲਓਗੇ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨਿਕਲਣਗੇ। ਇਸ ਕਰਕੇ ਉਹਨਾਂ ਨੇ 6 ਨੂੰ ਫੜ ਦੀ ਬਜਾਏ ਸਾਨੂੰ ਫੜ ਲਿਆ, 21 ਦਿਨ ਜੇਲ੍ਹ 'ਚ ਰੱਖਿਆ। 1984 ਭੁੱਲ ਗਏ, ਦਰਬਾਰ ਸਾਹਿਬ ਦਾ ਹਮਲਾ ਭੁੱਲ ਗਏ, ਮੋਦੀ ਨੇ 60,000 ਸਿੱਖ ਕਿਸਾਨਾਂ ਦਾ ਜਾੜਾ ਕਰਤਾ, ਉਹ ਭੁੱਲ ਗਏ। ਲੋਕ ਭੁੱਲ ਜਾਂਦੇ ਆ। ਪ੍ਰਕਾਸ਼ ਸਿੰਘ ਬਾਦਲ ਨੇ CBI ਦੀ ਬਣਾਤੀ, CBI ਦੀ ਜਾਂਚ। CBI ਦੇ ਵਿੱਚ ਨੇ ਸਾਡੇ ਬਿਆਨ ਹੀ ਨਹੀਂ ਲਏ। ਆਪਦੇ ਪੱਖ ਦੀ, ਜਿਹੜੇ ਬਾਦਲ ਦੇ ਪੱਖ ਦੇ ਉਹਦੇ ਬਿਆਨ ਲੈਂਦੇ ਰਹੀ। ਫਿਰ ਅਸੀਂ CBI ਦੀ ਸ਼ਿਕਾਇਤ ਕਰਤੀ DGP। ਕੈਪਟਨ ਸਰਕਾਰ ਦੀ ਪਤਾ ਮਜਬੂਰੀ ਕੀ ਹੈ, ਉਹਨੂੰ ਬਦਲਿਆ ਹੀ ਨਹੀਂ ਗਾ। ਉਹਨੂੰ ਬਦਲਣਾ ਚਾਹੀਦਾ ਸੀ। ਜਦੋਂ ਸਰਸੇ ਵਾਲਾ ਜਿਹੜਾ ਸਾਧ ਸੀ ਉਹਦੀ ਪੁੱਛ ਕੇ ਛੋਈ, ਉਹਨੂੰ ਲੈਣ ਜਾਂਦੇ ਨੂੰ ਕਿਉਂ ਨਹੀਂ ਵਾਰੰਟ ਦਿੱਤੇ? ਉਹ BJP ਨਹੀਂ ਦਿੱਤੀ, ਕਿਉਂਕਿ ਇਸ ਦੇ ਪਿੱਛੇ RSS BJP ਬਰੰਗ ਦਲ ਦਾ ਵੀ ਹੱਥ ਹੈ ਇਹਦੇ ਪਿੱਛੇ। ਬਿਲਕੁਲ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ TV। ਤੇ ਸਾਡੇ ਨਾਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੁੜੇ ਹੈ, ਜਿਹੜੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਪਰੰਤ ਜਿਹੜਾ ਇਨਸਾਫ ਲੈਣ ਲਈ ਸਭ ਤੋਂ ਅੱਗੇ ਹੁਣ ਤੱਕ ਦੀ ਜਿਹੜੀ ਇਹਨਾਂ ਦੀ ਕਾਰਵਾਈ ਹੈ। ਗੱਲਬਾਤ ਕਰਦੇ ਉਹਨਾਂ ਦੇ ਨਾਲ। ਕਾਹਨ ਸਿੰਘ ਵਾਲਾ ਜੀ, ਕੀ ਲੱਗਦਾ ਹੁਣ ਤੱਕ ਦੀ ਜੇਕਰ ਗੱਲ ਕਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਕਿੱਥੋਂ ਤੱਕ ਜਿਹੜਾ ਇਨਸਾਫ ਮਿਲਿਆ ਲੋਕਾਂ ਨੂੰ? ਸਭ ਤੋਂ ਪਹਿਲਾਂ ਗਲੋਬਲ ਪੰਜਾਬ TV ਤੇ ਰਮਾਣਾ ਸਾਹਿਬ, ਸਮੁੱਚੀ ਟੀਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੋ ਪੂਰੀ ਮਨੁੱਖਤਾ ਦੇ ਗੁਰੂ ਨੇ, ਜਿਨ੍ਹਾਂ ਦੇ ਚਰਨ ਲੱਗ ਕੇ ਹਰੇਕ ਇਨਸਾਨ ਤਰ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਸਰਬੱਤ ਦਾ ਭਲਾ ਮੰਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਸਦਾ ਹੀ ਮਜ਼ਲੂਮਾਂ ਦੇ ਹੱਕ 'ਚ, ਬੀਬੀਆਂ ਦੇ ਹੱਕ 'ਚ, ਦੱਬੇ ਕੁਚਲੇ ਲੋਕਾਂ ਦੇ ਹੱਕ 'ਚ, ਜਾਤ ਪਾਤ ਨੂੰ ਚੱਕ ਕੇ ਮਾਨਵਤਾ ਦੀ ਸੋਚ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਸਾਂਝਾ ਉਪਦੇਸ਼ ਦਿੰਦਾ ਆ। ਪਰ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਜਿਹੜੀਆਂ ਸ਼ਕਤੀਆਂ ਦਬਾਉਣਾ ਚਾਹੁੰਦੀਆਂ ਸੀ, ਇਸ ਸੋਚ ਨੂੰ ਪੂਰੀ ਮਾਨਵਤਾ ਵਿੱਚ ਲਾਗੂ ਨਹੀਂ ਹੋਣ ਦੇਣਾ ਚਾਹੁੰਦੀਆਂ ਸਨ, ਉਹਨਾਂ ਨੇ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੁਰਜ ਜਵਾਹਰ ਸਿੰਘ ਵਾਲੇ ਤੋਂ ਇੱਕ ਗਿਣੀ ਮਿਥੀ ਸਾਜ਼ ਦੇ ਤਹਿਤ, ਇੱਕ ਪਲਾਨ ਦੇ ਤਹਿਤ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਚੋਰੀ ਕਰ ਲਏ ਸਨ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਸੀ, ਜਿਨ੍ਹਾਂ ਦੇ ਕੋਲੇ ਹੋਮ ਸੀ, ਜਿਹੜਾ ਸਮੇਤ ਸਿੰਘ ਸੈਣੀ ਸੀ ਇਹਨਾਂ ਦਾ DGP ਸੀ, ਜਿਨ੍ਹਾਂ ਨੇ ਬੜੇ ਬੱਚੇ ਮਾਰੇ। ਮੇਰੇ ਸਾਹਮਣੇ ਸਾਡੇ ਪਿੰਡ ਮੋਠਾਂ ਵਾਲਾ, ਉੱਥੇ ਬਲਵੰਤ ਸਿੰਘ ਤੇ ਗੁਰਬਖਸ਼ ਸਿੰਘ ਗੱਛਾ, 2 ਪੁੱਤਰਾਂ ਨੂੰ ਘਰੋਂ ਚੱਕ ਕੇ CI ਸਟਾਫ ਫਿਰੋਜ਼ਪੁਰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਖੱਪਿਆਂ ਵਾਲੀ 'ਚੋਂ 5 ਸਿੰਘ ਚੱਕੇ, ਉਹ ਸ਼ਹੀਦ ਕਰ ਦਿੱਤੇ ਗਏ। ਮੇਰੇ ਬਾਪ ਨੂੰ ਉਹਨਾਂ ਨੇ ਘਰੋਂ ਚੱਕ ਲਿਆ, 3 ਮਹੀਨੇ ਲੱਭਿਆ ਹੀ ਨਹੀਂ। ਫਿਰ 3 ਮਹੀਨਿਆਂ ਬਾਅਦ ਸਾਨੂੰ ਫਿਰੋਜ਼ਪੁਰ ਕੈਂਟ ਦੇ ਵਿੱਚੋਂ ਬੜੇ ਜ਼ਬਰ ਤੇ ਤਸ਼ੱਦਦ ਦੇ ਨਾਲ ਮਿਲਿਆ। ਫਿਰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦੇ ਵਿੱਚ ਫਿਰ ਨਿਕਲਿਆ, ਫਿਰ ਜੇਲ੍ਹ ਦੇ ਵਿੱਚ ਭੇਜ ਦਿਆ ਗਿਆ। ਐਡਾ ਜਾਬਰ ਜਿਹੜਾ ਸੀਗਾ ਆਪਣਾ DGP, ਉਹਦੇ ਰਾਹੀਂ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੀ ਸਾਰ ਨਹੀਂ ਲਈ। ਸਿਰਸੇ ਵਾਲੇ ਸਾਧ ਦੇ ਚੇਲਿਆਂ ਦੀ ਮਦਦ ਕਰਦੇ ਰਹੇ। ਉਹਦੀ ਫਿਲਮ ਲੱਗ ਗਈ ਮੈਸੇਂਜਰ ਆਫ ਗੋਡ। ਉਹਨੂੰ ਮੈਸੇਂਜਰ ਆਫ ਗੋਡ ਦਾ ਫਿਕਰ ਰਿਹਾ, ਸਿੱਖਾਂ ਦਾ ਫਿਕਰ ਨਹੀਂ ਰਿਹਾਗਾ। ਉਸ ਨੇ ਫਿਰ ਕੀ ਕੀਤਾ, ਉਹਦੇ ਅੱਗੇ 12 ਬੰਦੇ ਲਾ ਦਿੱਤੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਅਸੀਂ ਰਮਾਣਾ ਸਾਹਿਬ, ਤੁਸੀਂ ਵਿੱਚ ਹੀ ਰਹੇ ਹੋ, ਤੁਸੀਂ ਬਹੁਤ ਵੱਡਾ ਰੋਲ ਅਦਾ ਕੀਤਾ। ਫਿਰ ਅਸੀਂ ਧਰਨੇ ਲਾਏ, ਮੁਜ਼ਾਹਰੇ ਕੀਤੇ, DC ਨੂੰ ਮੈਮੋਰੈਂਡਮ ਦਿੱਤਾ, ਫਰੀਦਕੋਟ ਬੰਦ ਕੀਤਾ। ਬੜੀ ਜਮਹੂਰੀ ਢੰਗ ਦੇ ਨਾਲ ਅਸੀਂ ਸਾਰੀਆਂ ਗੱਲਾਂ ਕਰਦੇ ਜੋ ਡੈਮੋਕ੍ਰੇਸੀ ਦਾ ਸੀਗਾ। ਉਸ ਤੋਂ ਬਾਅਦ ਜਦੋਂ ਸਾਡੀ ਗੱਲ ਨਾ ਸੁਣੀ ਤੇ ਅਸੀਂ ਫਿਰ ਹੁੱਕੀ ਚੌਂਕ ਦੇ ਨਾਲ ਜਿਹੜਾ ਗੁਰੂ ਘਰ ਹੈ ਖਾਲਸਾ ਦੀਵਾਨ, ਉਹਦੇ 'ਚ ਮੀਟਿੰਗ ਕੀਤੀ
ਕਿ ਅਸੀਂ ਹੁਣ ਇਹਦੀ ਇਨਵੈਸਟੀਗੇਸ਼ਨ ਕਰਾਂਗੇ। ਅਸੀਂ ਫਿਰ ਇਸ ਦੀ ਪਿੰਡ ਜਵਾਹਰ ਸਿੰਘ ਵਾਲੇ ਜਾ ਕੇ ਇਨਵੈਸਟੀਗੇਸ਼ਨ ਕੀਤੀ। 4 ਮੈਂਬਰੀ ਕਮੇਟੀ ਬਣੀ। ਅਪਰ ਕਮੇਟੀ ਜਿਹਦੇ ਵਿੱਚ ਮੈਂ ਮੈਂਬਰ ਸੀ, ਇੱਕ ਗੁਰਦੀਪ ਸਿੰਘ ਬਠਿੰਡਾ ਵੀ ਉਹਦੇ ਮੈਂਬਰ ਸੀ, ਤੇ ਬਲਜੀਤ ਸਿੰਘ ਦਾਦੂਵਾਲ ਵੀ ਉਹਦਾ ਮੈਂਬਰ ਸੀ, ਤੇ ਉਹਦਾ ਮੈਂਬਰ ਅਮਰੀਕ ਸਿੰਘ ਜਨਾਲਾ ਸੀ, ਉਦੋਂ ਜਥੇਦਾਰ ਨਹੀਂ ਸਨ। ਉਦੋਂ 6 ਮੈਂਬਰੀ ਜਿਹੜੀ ਲੋਅਰ ਕਮੇਟੀ ਬਣੀ, ਜਿਹਦੇ ਵਿੱਚ ਸਰਜੀਤ ਸਿੰਘ ਰਾਈਆਂ ਵਾਲਾ ਸਮੇਤ ਮੈਂਬਰ ਸੀ। ਅਸੀਂ ਪਿੰਡ ਬੁਰਜ ਜਵਾਹਰ ਸਿੰਘ ਵਾਲੇ ਗਏ। ਬੁਰਜ ਜਵਾਹਰ ਸਿੰਘ ਵਾਲਾ ਇਨਵੈਸਟੀਗੇਸ਼ਨ ਕੀਤੀ। ਇੱਕ ਬੰਦੇ ਕੋਲੋਂ 25 ਸਿੰਮਾਂ ਫੜੀਆਂ ਗਈਆਂ। ਜਦੋਂ ਇਨਵੈਸਟੀਗੇਸ਼ਨ ਕੀਤੀ ਤੇ ਪਿੰਡ ਵਾਲੇ ਸਰਸੇ ਵਾਲਿਆਂ ਨੇ ਵਿਰੋਧ ਕੀਤਾ ਤੇ ਫਿਰ ਸਾਨੂੰ ਪਿੰਡ ਦੇ ਵਿੱਚੋਂ ਵੜਨੋਂ ਬੰਦ ਕਰ ਦਿੱਤਾ। ਅਸੀਂ ਜਿਹੜੀ ਰਿਪੋਰਟ ਸੀ ਕੌਮ ਨੂੰ ਕਿਹਾ ਸੀ ਕਿ 25 ਤੁਹਾਨੂੰ ਆਪਾਂ ਜੂਨ ਨੂੰ ਤੁਹਾਡੇ ਕੋਲੇ ਰਿਪੋਰਟ ਪੇਸ਼ ਕਰਾਂਗੇ, ਪਰ ਉਹ ਫਿਰ ਰਿਪੋਰਟ ਅਸੀਂ ਜਦੋਂ ਸਾਡੇ 'ਤੇ ਪਾਬੰਦੀ ਲਾਤੀ ਤੇ ਉੱਥੋਂ ਦਾ ਜਿਹੜਾ DSP ਸੀ ਬਰਾੜ, ਉਹ ਸਮਾਂ ਸਿਰਸੇ ਵਾਲੇ ਸਾਧ ਦੇ ਚੇਲਿਆਂ ਦੀ ਬਾਦਲ ਦੇ ਕਹੇ ਉਹ ਮਦਦ ਕਰਦਾ ਰਿਹਾ ਤੇ ਫਿਰ ਸਾਨੂੰ ਪਿੰਡ 'ਚ ਵੜਨਾ ਦਿੱਤਾ। ਫਿਰ ਅਸੀਂ ਬਗਰਾੜੀ ਦੇ ਗੁਰੂ ਘਰ ਵਿੱਚ ਜਾ ਕੇ ਕੌਮ ਨੂੰ ਕਿਹਾ ਸੀ 28 ਤਰੀਕ ਨੂੰ ਰਿਪੋਰਟ ਤੁਹਾਡੇ ਅੱਗੇ ਪੇਸ਼ ਕਰਾਂਗੇ ਕੌਮ ਅੱਗੇ। ਜਦੋਂ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਸੁਣਦਾ, ਨਾ ਇਹਦਾ ਅਮਲਾ ਸੁਣਦਾ, ਨਾ DGP ਦਾ, ਸਿੱਖਾਂ ਨੂੰ ਕੁੱਟੀ ਜਾਂਦੇ ਆ, ਸਰਸੇ ਵਾਲੇ ਸਾਧ ਨੂੰ ਬਚਾਈ ਜਾਂਦੇ ਆ। ਜਦੋਂ ਰਮਾਣਾ ਸਾਹਿਬ ਅਸੀਂ ਇਹ ਰਿਪੋਰਟ 28 ਤਰੀਕ ਨੂੰ ਤੁਸੀਂ ਇੱਥੇ ਸੀ ਹੁੱਕੀ ਚੌਂਕ 'ਚ ਅਸੀਂ ਜਾਰੀ ਕਰਤੀ ਵੀ ਇਹ ਜੇ 6 ਬੰਦਿਆਂ ਨੂੰ ਫੜ ਲਓਗੇ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨਿਕਲਣਗੇ। ਇਸ ਕਰਕੇ ਉਹਨਾਂ ਨੇ 6 ਨੂੰ ਫੜਨ ਦੀ ਬਜਾਏ ਸਾਨੂੰ ਫੜ ਲਿਆ, 21 ਦਿਨ ਜੇਲ੍ਹ 'ਚ ਰੱਖਿਆ। ਉਹ ਜਿਹੜੀ ਰਿਪੋਰਟ ਅਸੀਂ ਜਾਰੀ ਕੀਤੀ ਉਹਦੀ ਕਾਪੀ ਅਸੀਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਦਿੱਤੀ, ਉਹਦੀ ਕਾਪੀ SSP ਫਰੀਦਕੋਟ ਨੂੰ ਦਿੱਤੀ। ਫਿਰ ਅਸੀਂ 10 ਮੈਂਬਰੀ ਕਮੇਟੀ ਬਣ ਕੇ ਅਸੀਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸੀ, ਉਹਨੂੰ ਜਾ ਕੇ ਉੱਥੇ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਕਿ ਆਹ ਭਾਈ ਸਰਸੇ ਵਾਲੇ ਸਾਧ ਨੇ ਕਾਂਡ ਕੀਤਾ। ਉਦੋਂ ਬਾਅਦ ਫਿਰ ਅਸੀਂ ਅਵਤਾਰ ਸਿੰਘ ਮੱਕੜ ਸੀ ਪ੍ਰਧਾਨ, ਉਹ ਤਾਂ ਮਿਲਿਆ ਨਾ, ਰੂਪ ਸਿੰਘ ਨੂੰ ਦਿੱਤੀ ਰਿਪੋਰਟ, ਉਹਨੂੰ ਵੀ ਕਿਹਾ ਕਿ ਭਾਈ ਆਹ ਦੱਸੋ, ਇਹ ਤਾਂ ਨਾ ਆਏ ਨਾ ਕੀਤੀ ਨਾ ਗੱਲ ਕੀਤੀ। ਉਦੋਂ ਬਾਅਦ ਅਸੀਂ ਇਹਦਾ ਅਖੰਡ ਪਾਠ ਪਛਤਾਤਾਪ ਕਰੀਏ, ਪਿੰਡ ਦੇ ਵਿੱਚ ਅਖੰਡ ਪਾਠ ਹੀ ਰੱਖ ਲਈਏ। ਇਹਨਾਂ ਨੇ ਸਾਡੇ 'ਤੇ ਪਾਬੰਦੀ ਲੱਗੀ, ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਉੱਥੇ ਅਖੰਡ ਪਾਠ ਹੀ ਨਹੀਂ ਰੱਖਣ ਦਿੱਤਾ ਗਿਆ। ਉਸ ਤੋਂ ਬਾਅਦ ਇਹ ਸਦਾ ਹੀ ਸਿਰਸੇ ਵਾਲੇ ਸਾਧ ਦੇ ਚੇਲਿਆਂ ਦੀ ਮਦਦ ਕਰਦੇ ਰਹੇ, ਸਿੱਖਾਂ ਨੂੰ ਕੁੱਟਦੇ ਰਹੇ। ਫਿਰ ਮੇਰੇ ਘਰ 'ਤੇ ਰੇਡ ਕਰ ਦਿੱਤਾ। ਗੱਲ ਕਰਦੇ ਹਾਂ ਜਸਕਰਨ ਜੀ, ਇਹ ਸਾਰਾ ਕੁਝ ਬਰੀਫਲੀ ਲੋਕਾਂ ਨੂੰ ਪਤਾ ਵੀ ਹੈ, ਜਿਹੜਾ ਤੁਸੀਂ ਦੱਸਿਆ ਜਾਣਕਾਰੀ ਦਿੱਤੀ ਬੜੀ ਸੋਹਣੇ ਤਰੀਕੇ ਦੇ ਨਾਲ। ਪਰ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਿਹੜੀ ਇੱਕ ਜਿਹੜੀ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ, ਜਿਹੜੇ DIG ਰਣਬੀਰ ਖਟੜਾ ਉਹਨਾਂ ਦੀ ਜਿਹੜੇ ਉਹ ਸਾਰੀ ਦੇਖ ਰੇਖ ਕਰਦੇ ਸੀ। ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੇ ਇਨਸਾਫ ਪਸੰਦ ਲੋਕ ਸੀ ਉਸ ਵਕਤ ਜਿਹੜੇ ਗੋਲੀ ਨਾਲ ਜਿਹੜੇ 2 ਜਿਹੜੇ ਵਿਅਕਤੀ ਮਾਰੇ ਗਏ ਸੀ, ਉਹਨਾਂ ਦੀ ਇਨਵੈਸਟੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ SIT ਕਰ ਰਹੀ ਸੀਗੀ। ਮੈਂ ਤਾਂ ਉਸੇ ਮੇਰਾ ਇਹ ਮਤਲਬ ਨਹੀਂ ਪਿੱਛਾ ਦਰਾਉਣ ਦਾ, ਮੇਰਾ ਲੋਕ ਭੁੱਲ ਜਾਂਦੇ ਆ, ਕਿਉਂਕਿ ਮੈਂ ਤਾਂ ਕਹਿਣਾ 1984 ਭੁੱਲ ਗਏ, ਦਰਬਾਰ ਸਾਹਿਬ ਦਾ ਹਮਲਾ ਭੁੱਲ ਗਏ, ਮੋਦੀ ਨੇ 60,000 ਸਿੱਖ ਕਿਸਾਨਾਂ ਦਾ ਜਾੜਾ ਕਰਤਾ, ਉਹ ਭੁੱਲ ਗਏ, ਲੋਕ ਭੁੱਲ ਜਾਂਦੇ ਆ। ਮੇਰਾ ਫਰਜ਼ ਆ ਦੱਸਣ ਦਾ। ਇਹ ਕਹਿਣ ਤੋਂ ਬਾਅਦ ਜਦੋਂ ਸਾਨੂੰ ਇਨਸਾਫ ਨਾ ਮਿਲਿਆ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅੰਗਾਂ ਨੂੰ ਖਿਲਾਰ ਦਿੱਤਾ ਗਿਆ ਤੇ ਫਰੀਦਕੋਟ ਜਾਮ ਹੋ ਗਿਆ। 2 ਸਿੰਘ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸਾਡੀਆਂ ਬੀਬੀਆਂ 'ਤੇ ਵੀ ਜ਼ੁਲਮ ਹੋਇਆ। GT ਰੋਡ 'ਤੇ ਹੱਥੇ ਵਾਹਿਗੁਰੂ ਦਾ ਜਾਪ ਕਰਦੇ ਉਹਨਾਂ 'ਤੇ ਜ਼ੁਲਮ ਹੋ ਗਿਆ। ਉਸ ਤੋਂ ਬਾਅਦ ਜਦੋਂ ਸੜਕਾਂ ਜਾਮ ਹੋ ਗਈਆਂ, ਸਾਰਾ ਕੁਝ ਹੋ ਗਿਆ, 2 ਸਿੰਘ ਸ਼ਹੀਦ ਹੋ ਗਏ। ਉਸ ਤੋਂ ਬਾਅਦ ਸਰਕਾਰ ਨੇ ਬਹੁਤ ਜ਼ਬਰ ਕਰਨਾ ਚਾਹਿਆ, ਮੋਰਚੇ ਚੁਕਾਉਣੇ ਚਾਹੇ। ਫਿਰ ਬਗਰਾੜੀ ਦੇ ਵਿੱਚ ਮੋਰਚਾ ਲੱਗਾ ਰਿਹਾ। ਅਸੀਂ ਇੱਥੋਂ ਫਟਾਫਟ ਜਾ ਕੇ ਕੀ ਕੀਤਾ, ਫਿਰ ਅਸੀਂ ਕਿਹਾ ਕਿ ਇਹ ਮੂਵਮੈਂਟ ਚੱਲਦੀ ਰਹਿਣੀ ਚਾਹੀਦੀ ਹੈ। ਜਦੋਂ ਮੈਂ ਆਇਆ ਇੱਕੋਦਮ ਬਗਰਾੜੀ ਮੋਰਚੇ ਦੇ ਵਿੱਚ ਬਰਨਾਲੇ ਤੋਂ ਮੀਟਿੰਗ ਕਰਕੇ ਪੰਥਕ ਜਥੇਬੰਦੀਆਂ ਗੁਰਦੀਪ ਸਿੰਘ ਬਠਿੰਡਾ ਤੇ ਸਾਰੇ ਸਾਥੀ ਨਾਲ ਸੀ। ਜਦੋਂ ਮੈਂ ਆਇਆ ਤੇ ਉਦੋਂ ਸਾਨੂੰ ਖਬਰ ਮਿਲ ਗਈ ਕਿ ਮਨਤਾਰ ਬਰਾੜ ਹੈ, ਜਿਹੜਾ ਮਨਤਾਰ ਬਰਾੜ 2 ਜਿਹੜੀਆਂ ਸਿੰਘਾਂ ਦੀਆਂ ਲਾਸ਼ਾਂ ਸੀਗੀਆਂ, ਬੋਡੀਆਂ ਪਈਆਂ ਸੀ ਆਪਣੇ ਗੁਰੂ ਕੀ ਢਾਬ ਕਿਸ਼ਨ ਭਗਵਾਨ ਸਿੰਘ ਦੀ, ਤੇ ਦੂਜੀ ਜਿਹੜੀ ਲਾਸ਼ ਪਈ ਸੀ ਗੁਰਜੀਤ ਸਿੰਘ ਸਰਾਵਾਂ ਦੀ, ਤੇ ਜਾਦੀ ਜੈਲਦਾਰਾਂ ਨੇ ਧੱਕੇ ਨਾਲ ਪੁਲਿਸ ਦੇ ਦਬਾਅ ਦੇ ਨਾਲ ਉਹ ਲਾਸ਼ਾਂ ਚੁਕਾਈਆਂ। ਇੱਕ ਲਾਸ਼ ਤਾਂ ਇਹ ਧੱਕੇ ਨਾਲ ਚੁਕਾ ਕੇ ਲੈ ਗਏ ਜੈਤੋ ਦੇ ਹਸਪਤਾਲ 'ਚ, ਉਹ ਕ੍ਰਿਸ਼ਨ ਭਗਵਾਨ ਦੀ ਸੀ। ਗੁਰਜੀਤ ਸਿੰਘ ਜਿਹੜਾ ਸੀ ਉਹਦੀ ਲਾਸ਼ ਜਿਹੜੀ ਉਹ ਚੁਕਾ ਕੇ ਲੈ ਕੇ ਆਏ। ਕੌਣ ਲੈ ਕੇ ਆਏ? ਉਹ ਗੁਰਜੀਤ ਸਿੰਘ ਦੀ ਲਾਸ਼ ਘਰ ਵਾਲਿਆਂ ਨੇ ਖੋਹ ਨਹੀਂ ਦਿੱਤੀ, ਲਿਆਏ। ਉੱਥੋਂ ਮੈਂ ਫਟਾਫਟ ਜਦੋਂ ਗਿਆ, ਕ੍ਰਿਸ਼ਨ ਭਗਵਾਨ ਦੇ ਘਰੇ ਕੋਈ ਨਹੀਂ ਸੀ, ਪੱਲੀਆਂ ਅਸੀਂ ਵਿਛਾਈਆਂ ਸਿਮਰਜੀਤ ਸਿੰਘ ਮਾਨ ਦੇ ਨਾਂ ਗੱਲ ਕੇ। ਫਿਰ ਅਸੀਂ ਗੁਰਜੀਤ ਸਿੰਘ ਸਰਾਵਾਂ ਦੇ ਉਹ ਮਨਤਾਰ ਬਰਾੜ ਨੂੰ ਗਾਲਾਂ ਕੱਢ ਰਹੇ ਸੀ ਕਿ ਭਾਈ ਤੂੰ ਵੋਟਾਂ ਵੀ ਸਾਥੋਂ ਲੈ ਜਾ, ਸਾਰਾ ਕਿ ਤੂੰ ਸਾਡੇ ਨਾਲ ਅਫਸੋਸ ਤਾਂ ਕਰਦਾ। ਉਸ ਤੋਂ ਬਾਅਦ ਮੈਂ 1:30 ਵਜੇ ਸਰਜੀਤ ਸਿੰਘ ਰਾਈਆਂ ਵਾਲਾ ਨੂੰ ਉੱਥੇ ਨਾਲ ਲੈ ਕੇ ਭਵ ਖੰਡਨ ਸਿੰਘ ਨੂੰ ਮੈਂ 1:30 ਵਜੇ ਉੱਥੇ ਪਹੁੰਚਿਆ ਆਪਣੇ ਹਸਪੀਟਲ 'ਚ। ਉੱਥੋਂ ਫਿਰ ਜਿੱਥੇ ਇਹ ਕਾਂਡ 'ਚ ਗੋਲੀ ਕੱਢੀ ਸੀ ਚੱਲੀ ਸੀ, ਉੱਥੇ 2 ਕਾਰਤੂਸ ਚੱਕੇ। ਉਹ ਉੱਥੇ
ਉੱਥੇ ਜਿਹੜੀਆਂ ਗੱਡੀਆਂ ਨੂੰ ਅੱਗ ਲਾਈ ਸੀ, ਪੁਲਿਸ ਨੇ ਆਪਦੀਆਂ ਗੱਡੀਆਂ ਨੂੰ ਆਪ ਹੀ ਅੱਗ ਲਾ ਕੇ ਫਿਰ ਮੈਂ ਇਹ ਸਾਰੇ ਬਗਰਾੜੀ ਦੁਬਾਰਾ ਗਿਆ। 5 ਵਜੇ ਮੈਂ ਸਾਰੀ ਕੌਮ ਨੂੰ ਫਰੀਦਕੋਟੋਂ ਮੇਰੀ ਭੈਣ ਹੈ ਰਣਜੀਤ ਸਿੰਘ ਸਰਾਂ, ਉਹਨਾਂ ਦੇ ਘਰੋਂ ਮੈਂ ਪੂਰੀ ਲਿਖਤੀ ਔਰ ਰਿਪੋਰਟ ਦਿੱਤੀ। ਉਸ ਤੋਂ ਬਾਅਦ ਧਰਨੇ ਲੱਗੇ, ਮੁਜ਼ਾਹਰੇ ਲੱਗੇ, ਸਾਡੀ ਗੱਲ ਨਹੀਂ ਸੁਣੀ। ਪ੍ਰਕਾਸ਼ ਸਿੰਘ ਬਾਦਲ ਨੇ CBI ਦੀ ਬਣਾਤੀ, CBI ਦੀ ਜਾਂਚ, CBI ਦੇ ਵਿੱਚ ਨੇ ਸਾਡੇ ਬਿਆਨ ਹੀ ਨਹੀਂ ਲਏ। ਫਿਰ ਜਦੋਂ ਸਾਡੇ ਬਿਆਨ ਹੀ ਲਏ ਸਾਰਿਆਂ ਦੇ, ਜਿਨ੍ਹਾਂ ਦਾ ਕੋਈ ਵਾਸਤਾ ਨਹੀਂ ਸੀ ਆਪਦੇ ਪੱਖ ਦੀ, ਜਿਹੜੇ ਬਾਦਲ ਦੇ ਪੱਖ ਦੇ ਉਹਦੇ ਬਿਆਨ ਲੈਂਦੇ ਰਹੀ। ਫਿਰ ਅਸੀਂ CBI ਦੀ ਸ਼ਿਕਾਇਤ ਕਰਤੀ DGP, ਫਿਰ ਸਾਨੂੰ ਬੁਲਾ ਲਿਆ ਰਾਈਆਂ ਨੂੰ, ਪਰ ਮੇਰੇ ਬਿਆਨ ਸੁਣ ਲਏ, ਸਾਡੇ ਲਿਖਤੀ CBI ਨੇ ਬਿਆਨ ਨਾ ਲਏ। ਉਦੋਂ ਬਾਅਦ ਕੀ ਹੋਇਆ, ਉਦੋਂ ਬਾਅਦ ਆਪਾਂ ਗੱਲ ਕਰਦੇ ਬਗਰਾੜੀ ਮੋਰਚਾ ਲੱਗ ਗਿਆ। ਬਗਰਾੜੀ ਮੋਰਚੇ ਦੇ ਵਿੱਚ ਲੱਗ ਕੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਇਨਸਾਫ ਨਾ ਦਿੱਤਾ, ਇਹ ਮੋਰਚੇ ਦਾ ਦਬਾਅ ਪਿਆ। ਦਬਾਅ ਕਾਰਨ ਫਿਰ ਇਹੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਗੂੰਜੀ, ਤੇ ਫਿਰ ਜਦੋਂ ਉਹਦੇ ਵਿੱਚ ਗੂੰਜੀ ਤੇ ਉਸ ਵੇਲੇ ਉਧਰੋਂ ਸਿਰਸੇ ਵਾਲੇ ਸਾਧ ਨੇ ਇਸ ਰਿਪੋਰਟ ਜਿਹੜੀ ਵਿਧਾਨ ਸਭਾ ਸੀ ਉਹਦੇ ਰਿਪੋਰਟ ਦੇ ਵਿਰੁੱਧ ਹਾਈ ਕੋਰਟ ਸਟੇ ਲਿਆ। ਜਿਹੜਾ ਤੁਲ ਨੰਦਾ ਹੈ ਐਡਵੋਕੇਟ ਜਨਰਲ ਸੀ, ਉਹ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦਾ ਪੱਖ ਪੂਰਦਾ ਰਿਹਾ। ਤੇ ਫਿਰ ਜਦੋਂ ਸਾਡੀ ਟੇਬਲ ਤੇ ਗੱਲ ਹੋਈ ਤੇ ਉਹ ਪੇਸ਼ ਹੀ ਨਾ ਹੋਇਆ। ਜਦੋਂ ਪੇਸ਼ ਨਾ ਹੋਇਆ, ਰੰਧਾਵਾ ਮੰਤਰੀ ਜਦੋਂ ਮਿਲਿਆ, ਅਸੀਂ ਆਖਿਆ ਤੁਹਾਡਾ ਐਡਵੋਕੇਟ ਜਨਰਲ ਰਲ ਗਿਆ ਨਾਲ। ਜਦੋਂ ਰੰਧਾਵੇ ਨੂੰ ਕਿਹਾ ਵੇਖੋ ਗੁਰਦੀਪ ਸਿੰਘ ਬਠਿੰਡੇ ਨੇ ਸਾਡੇ ਵਕੀਲ ਨੇ ਵਿਖਾਤੀ, ਕੀ ਵਿਖਾਤੀ, ਆਹ ਲਓ ਵੇਖੋ ਜੀ, ਇਹ ਗੈਰਹਾਜ਼ਰੀ ਐਡੀ ਸੰਗੀਨ ਮਾਮਲਾ ਹੋਵੇ ਗੁਰੂ ਦਾ, ਇਹ ਗੈਰਹਾਜ਼ਰ ਕਿਉਂ ਰਹਿੰਦਾ। ਫਿਰ ਉਸ ਤੋਂ ਬਾਅਦ ਸੁਬਰਾਮਨੀਅਮ ਪੰਥ ਦਾ ਦਬਾਅ, ਸੁਬਰਾਮਨੀਅਮ ਜਿਹੜਾ ਉਹ ਆਪਣਾ ਵਕੀਲ ਕੀਤਾ। ਫਿਰ ਉਹ 25 ਲੱਖ ਰੁਪਇਆ ਪੇਸ਼ੀ ਦਾ ਲੈਂਦਾ ਰਿਹਾ, ਆ ਕੇ ਉਹ ਕੇਸ ਭੁਗਤ ਰਿਹਾ। ਪਰ ਕੈਪਟਨ ਸਰਕਾਰ ਦੀ ਪਤਾ ਮਜਬੂਰੀ ਕੀ ਹੈ, ਉਹਨੂੰ ਬਦਲਿਆ ਹੀ ਨਹੀਂਗਾ, ਉਹਨੂੰ ਬਦਲਣਾ ਚਾਹੀਦਾ ਸੀ। ਉਦੋਂ ਬਾਅਦ ਬੜੇ ਇਤਰਾਜ਼ ਚੜਾ ਆਏ ਤੇ ਕੰਵਰ ਵਿਜੇ ਪ੍ਰਤਾਪ ਜਦੋਂ ਇਸ ਸੰਬੰਧ ਦੇ ਵਿੱਚ ਇਨਵੈਸਟੀਗੇਸ਼ਨ ਕਰਦਾ ਸੀ, ਉਹਨੂੰ ਵੀ ਧਮਕੀਆਂ ਆਉਂਦੀਆਂ ਸੀ। ਉਹ ਸਾਨੂੰ ਦੱਸਦਾ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਹੋਈ, ਅਕਸ਼ੇ ਕੁਮਾਰ ਦੀ ਪੁੱਛਗਿੱਛ ਹੋਈ, ਜਦੋਂ ਸਰਸੇ ਵਾਲਾ ਜਿਹੜਾ ਸਾਧ ਸੀ ਉਹਦੀ ਪੁੱਛਗਿੱਛ ਹੋਈ, ਉਹਨੂੰ ਲੈਣ ਜਾਂਦੇ ਨੂੰ ਕਿਉਂ ਨਹੀਂ ਵਾਰੰਟ ਦਿੱਤੇ, ਉਹ BJP ਨਹੀਂ ਦਿੱਤੀ, ਕਿਉਂਕਿ ਇਸ ਦੇ ਪਿੱਛੇ RSS BJP ਬਰੰਗ ਦਲ ਦਾ ਵੀ ਹੱਥ ਹੈ ਇਹਦੇ ਪਿੱਛੇ। ਬਿਲਕੁਲ ਇਹ ਸਾਨੂੰ ਸਾਰਿਆਂ ਨੂੰ ਵਿਚਾਰਨਾ ਚਾਹੀਦਾ। ਉਹ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਵੀ ਉਹ ਰਿਪੋਰਟ ਅਖੀਰ ਉਹਨਾਂ ਨੇ ਪਿਛਲੇ ਦਿਨੀ ਸੌਂਪ ਦਿੱਤੀ ਆ ਇਨਵੈਸਟੀਗੇਸ਼ਨ, ਉਹ 90% ਕਰ ਦਿੱਤੀ ਹੈ। ਇੱਕ ਉਹਦਾ ਪਾਰਟ ਰਹਿ ਗਿਆ, ਉਹ ਪਾਰਟ ਕਿਉਂ ਰਹਿ ਗਿਆ? 99% ਉਹਨਾਂ ਨੇ ਕਿਹਾ ਹੈ ਵੀ 90% ਤੇ ਜਿਹੜੇ ਇੱਕ ਚਲਾਨ ਬਾਕੀ ਹੈ, ਜਿਹੜੇ ਬਾਕੀ ਚਲਾਨ ਉਹਨਾਂ ਨੇ ਸਾਰੇ ਪੇਸ਼ ਕਰਤੇ। ਹਾਂ, ਮੈਂ ਉਹਨਾਂ ਨੂੰ ਉਹਦੇ ਸੰਬੰਧ 'ਚ ਮਿਲਿਆ ਸੀ। ਉਹ ਕਹਿੰਦੇ ਸੀ, ਉਹਨਾਂ ਨੇ ਇੱਕ ਕਾਪੀ ਮੈਨੂੰ ਦਿੱਤੀ ਆ ਸਾਰੀ, ਉਹ ਕਹਿੰਦਾ ਵੀ 90% ਹੈ। ਹੁਣ ਮੈਂ ਰਵਾਂ ਨਾ ਰਵਾਂ, ਉਹ ਤਿਆਰ ਹੈ। ਉਹ ਜਦੋਂ ਵੀ ਬਾਅਦ ਮੇਰੇ ਤੋਂ ਬਾਅਦ ਕੋਈ ਪੇਸ਼ ਕਰ ਸਕਦਾ। ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਪ੍ਰਕਾਸ਼ ਸਿੰਘ ਬਾਦਲ ਕਿੱਥੇ ਹੈ, ਸਾਰਾ ਉਹਦਾ ਤਾਂ ਸਾਰਾ ਸਰਗਨਾ ਹੈ, ਸੁਖਬੀਰ ਸਿੰਘ ਬਾਦਲ ਹੈ। ਉਹ ਕਹਿੰਦਾ ਵੀ ਇਹੋ ਜਿਹੇ ਬੰਦਿਆਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਆਉਣਗੇ ਸਾਰੇ। ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵੀ ਹੁਣ ਕੈਪਟਨ ਸਰਕਾਰ ਨੂੰ ਤੁਰੰਤ ਰਿਪੋਰਟ ਤਾਂ ਆ ਗਈ ਆ, ਇੱਕ ਅਤੁਲ ਨੰਦਾ ਨੂੰ ਤੁਰੰਤ ਬਦਲ ਦੇਣਾ ਚਾਹੀਦਾ, ਐਡਵੋਕੇਟ ਜਨਰਲ ਚੰਗਾ ਲਾਉਣਾ ਚਾਹੀਦਾ, ਨਹੀਂ ਤਾਂ ਕੇਸ ਨੂੰ ਖਰਾਬ ਕਰੂਗਾ। ਇਹਨਾਂ ਨੇ ਕੰਵਰ ਵਿਜੇ ਪ੍ਰਤਾਪ ਨੇ ਆਪਣੀ ਰਿਪੋਰਟ ਸੌਂਪਤੀ, ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਕਰਤਾ। ਜਿਸ ਦਿਨ ਅਸੀਂ 85 ਪੇਜ ਦੀ ਜਿਹੜੀ 1 ਜੂਨ ਤੋਂ ਲੈ ਕੇ ਟਿਲ ਡੇਟ ਤੱਕ ਇੱਕ ਰਿਪੋਰਟ ਕੀਤੀ ਸੀ, ਉਹਨੇ ਕਿਹਾ ਵੀ ਮੈਂ ਗੁਰੂ ਗੋਬਿੰਦ ਸਿੰਘ 'ਚ ਤੇ ਗੁਰੂ ਗ੍ਰੰਥ ਸਾਹਿਬ ਵਿਸ਼ਵਾਸ ਰੱਖਦਾ, ਮੈਂ ਰਵਾਂ ਨਾ ਰਵਾਂ, ਮੈਂ ਦੁੱਧ ਦਾ ਦੁੱਧ ਪਾਣੀ ਕਰ ਦੂੰਗਾ। ਕੰਵਰ ਵਿਜੇ ਪ੍ਰਤਾਪ ਦੀ ਜੋ ਨਹੀਂ ਡਿਊਟੀ ਲਈ ਲੱਗੀ ਸੀ ਉਹਦੇ ਮੁਤਾਬਕ ਉਹਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਦੂਜਾ ਵੀ ਚਲਾਨ ਜਿਹੜਾ ਇਹ ਕਹਿੰਦੇ ਸੌਂਪ ਦੂੰਗਾ, ਪਰ ਅਸੀਂ ਉਦੋਂ ਸਾਰਾ ਮੰਨਾਂਗੇ ਜਦੋਂ ਸਾਰਾ ਕੁਝ ਆ ਗਿਆ ਸਾਹਮਣੇ। ਇਹ ਤਾਂ ਤੁਹਾਨੂੰ ਵਿਸ਼ਵਾਸ ਹੈ ਕਿਉਂਕਿ 4 ਸਾਲ ਕੈਪਟਨ ਨੇ ਜਿਹੜੇ ਜਦੋਂ ਸਰਕਾਰ ਬਣਦੀ ਹੈ ਕਾਂਗਰਸ ਦੀ, ਉਹਨਾਂ ਨੇ ਜਿਹੜੇ ਚੋਣ ਮੈਨੀਫੈਸਟੋ ਦੇ ਮੁੱਖ ਵਾਅਦੇ ਇਹ ਸੀਗੇ ਜਿਹੜਾ ਲੋਕ ਜਿਹੜੇ ਗੋਲੀ ਨਾਲ ਮਾਰੇ ਗਏ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਇਨਸਾਫ ਦਿਵਾਇਆ ਜਾਏਗਾ। 4 ਸਾਲ ਲੰਘ ਗਏ, ਕੀ ਲੱਗਦਾ ਜਿਹੜਾ ਸਾਲ ਦੇ ਵਿੱਚ ਇਨਸਾਫ ਮਿਲਣ ਦੀ ਉਮੀਦ ਹੈ? ਗੱਲ ਇਹ ਹੈ ਵੀ ਇਹ ਜਿਹੜਾ ਇਨਸਾਫ ਮਿਲਿਆ, ਕੈਪਟਨ ਅਮਰਿੰਦਰ ਸਿੰਘ ਇਨਸਾਫ ਥੋੜ੍ਹੀ ਦੇਣਾ ਚਾਹੁੰਦਾ ਸੀ। ਜੇ ਅਸੀਂ ਸਾਰੇ ਬਗਰਾੜੀ ਮੋਰਚਾ ਨਾ ਲਾਉਂਦੇ, ਲਗਾਤਾਰ 18 ਮਹੀਨੇ ਲੰਘੇ ਤੋਂ ਬਾਅਦ ਕੌਮ ਨੇ ਦਬਾਅ ਪਾਇਆ, ਸਾਰਿਆਂ ਨੇ ਅਸੀਂ ਦਬਾਅ ਪਾਇਆ, ਫੇਰ ਹੀ ਤਾਂ ਸਿੱਟ ਬਣੀ। ਫਿਰ ਕੈਪਟਨ ਅਮਰਿੰਦਰ ਸਿੰਘ ਨੇ CBI ਨੂੰ ਜਾਂਚ ਦਿੱਤੀ ਸੀ ਤੇ ਬਾਦਲ ਸਾਹਿਬ ਨੇ ਵੀ ਦਿੱਤੀ ਸੀ। ਅਸੀਂ ਆਖਿਆ CBI ਸਾਨੂੰ ਨਹੀਂ ਚਾਹੀਦੀ, ਅਸੀਂ ਪ੍ਰੋਟੈਸਟ ਵੀ ਕੀਤੇ, ਧਰਨੇ ਵੀ ਲਾਏ। ਜਦੋਂ ਕੌਮ ਦਾ ਦਬਾਅ ਪਿਆ, ਕੈਪਟਨ ਸਾਹਿਬ ਨੂੰ CBI ਵਾਪਸ ਲੈਣੀ ਪਈ। ਇਹਦੇ ਵਿੱਚ ਬਹੁਤ ਵੱਡੀਆਂ ਤਰੁੱਟੀਆਂ ਆਈਆਂ, ਤਰੁੱਟੀਆਂ ਦੇ ਬਾਵਜੂਦ ਵੀ ਕੌਮ ਨੇ ਵੱਡਾ ਦਬਾਅ ਪਾ ਕੇ ਜਿਹੜਾ ਇਹ ਲਿਆਂਦਾ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਤਾਂ ਹੀ ਮੰਨਾਂਗੇ, ਤੁਰੰਤ ਇਹ ਚਲਾਨ ਰਿਪੋਰਟ ਪੇਸ਼ ਹੋ ਗਈ ਹੈ, ਤੁਰੰਤ ਸੁਖਬੀਰ ਸਿੰਘ ਬਾਦਲ ਨੂੰ ਫੜੇ, ਸਮੇਤ ਸਿੰਘ ਸੈਣੀ ਨੂੰ ਫੜੇ, ਇਹਨਾਂ ਸਾਰਿਆਂ ਨੂੰ ਫੜ ਕੇ ਇਹ ਅੰਦਰ ਆਵੇ। ਹੁਣ ਇਹਨਾਂ ਨੂੰ ਤੁਰੰਤ ਸਪੈਸ਼ਲ ਪ੍ਰੋਟੈਕਟਿਵ ਵਾਰੰਟ ਤੇ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਕਿ ਸਰਸੇ ਵਾਲੇ ਸਾਧ ਨੂੰ ਉਹ ਇੱਥੇ ਲਿਆਵੇ ਫਰੀਦਕੋਟ ਦੇ ਵਿੱਚ CA ਸਟਾਰ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਹੋਵੇ, ਪੁੱਛਗਿੱਛ ਹੋਵੇ। ਪੰਥਕ ਜਥੇਬੰਦੀਆਂ ਹੋਣੀਆਂ ਚਾਹੀਦੀਆਂ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਤੂੰ ਬੇਅਦਬੀ ਕਿਉਂ ਕੀਤੀ, ਕਿਉਂ ਕਰਾਈ,
ਕੀ ਇਹਦੇ ਕਾਰਨ ਹੈ, ਇਹਦੇ ਪਿੱਛੇ ਕੌਣ ਹੈ, ਕਿਹੜੀਆਂ ਇਹਦੇ ਸ਼ਕਤੀਆਂ। ਇਸ ਕਰਕੇ ਇਹਦੇ ਪਿੱਛੇ ਬਜਰੰਗ ਦਲ ਤੇ RSS ਜਿਹੜੀ ਹੈ, ਜਿਹੜੀਆਂ ਸ਼ਕਤੀਆਂ ਨੇ ਸਾਡਾ ਦਰਬਾਰ ਸਾਹਿਬ ਢਾਇਆ, ਸਾਡੇ ਗਲਾਂ 'ਚ ਟਾਇਰ ਪਾਏ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਖਤਮ ਚਾਉਣਾ ਚਾਹੁੰਦੀਆਂ, ਉਹ ਸਰਸੇ ਵਾਲੇ ਸਾਧ ਤੇ ਡੇਰਾਵਾਦ ਦੇ ਸਾਹਮਣੇ ਲੱਗ ਕੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹ ਜਿਹੜਾ ਐਡਾ ਵੱਡਾ ਜਿਹੜਾ ਜ਼ੁਲਮ ਕੀਤਾ। ਪਰ ਹੁਣ ਤੁਰੰਤ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ। ਤੇ ਜਿਹੜੀ ਰਹਿੰਦੀ ਰਿਪੋਰਟ ਹੈ, ਮੈਂ ਕਮਰ ਵਿਜੇ ਪ੍ਰਤਾਪ ਨੂੰ ਉਸ ਦਿਨ ਕਿਹਾ ਸੀ, ਜਿਹੜੀ ਰਹਿੰਦੀ ਰਿਪੋਰਟ ਹੈ ਉਹ ਤੁਰੰਤ ਉਹਨੂੰ ਕਰੋ ਜਿਹਦੇ ਵਿੱਚ ਇਹ ਦੋਸ਼ੀ ਹੈ। ਹੁਣ ਸੁਖਬੀਰ ਸਾਹਿਬ ਨੂੰ ਕਰੋਨਾ ਹੋ ਗਿਆ, ਮੈਂ ਹੁਣ ਮੈਨੂੰ ਲੱਗਦਾ ਜੀ ਇਹ ਰਿਪੋਰਟ ਕਰੋਨਾ ਆ ਗਿਆ, ਇਸ ਕਰਕੇ ਇਦੋਂ ਪਤਾ ਕਰੋਨਾ ਨਹੀਂ ਹੋਇਆ। ਹੁਣ ਕਰੋਨਾ ਲੋਕਾਂ ਨੇ ਜਵਾਬ ਪੁੱਛਣਾ। ਮੈਂ ਤੁਹਾਨੂੰ ਕਹਿਣਾ ਹੈ ਕਿ ਭਾਈ ਦੁੱਧ ਦਾ ਦੁੱਧ ਪਾਣੀ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਮੱਥਾ ਲਾਇਆ, ਸ਼੍ਰੀ ਅਕਾਲ ਤਖਤ ਨਾਲ ਲਾਇਆ, ਜਿਹੜੇ ਮਾਨਵਤਾ ਦੇ ਨਾਲ ਲਾਇਆ, ਜਿਨ੍ਹਾਂ ਨੇ ਕਤਲ ਕੀਤੇ, ਜਿਨ੍ਹਾਂ ਨੇ ਗੁਰੂ ਦੇ ਘਰ ਨਾਲ ਮੱਥਾ ਲਾ ਲਿਆ, ਅਕਾਲ ਤਖਤ ਨਾਲ ਮੱਥਾ ਲਾ ਲਿਆ, ਉਹ ਨਾ ਅੱਜ ਬਚਣਗੇ ਨਾ ਕੱਲ੍ਹ ਬਚਣਗੇ। ਉਹਦੇ ਵਿੱਚ ਮੈਂ ਹੋਵਾਂ, ਭਾਵੇਂ ਸੁਖਬੀਰ ਸਿੰਘ ਬਾਦਲ ਹੋਵੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਵੇ, ਭਾਵੇਂ ਸਮੇਤ ਸਿੰਘ ਸੈਣੀ ਹੋਵੇ। ਜਿਨ੍ਹਾਂ ਨੇ ਬੱਚੇ ਮਾਰੇ ਉਹਨਾਂ ਦੇ ਵੀ ਹਾਲ ਹੋਊਗਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਦਾ ਵੀ ਇਹੀ ਹਾਲ ਇਹ ਸੀਗੀ ਜਿਹੜੀ ਬਾਈਬਲ ਗੋਲੀकांड ਤੇ ਕੋਟਕਪੂਰਾ ਗੋਲੀकांड ਦੇ ਮਾਮਲੇ ਦੀ ਜਿਹੜੀ ਜਾਂਚ ਸੀਗੀ, ਇਨਵੈਸਟੀਗੇਸ਼ਨ ਕਰ ਰਹੀ ਸੀ ਟੀਮ ਜਿਹੜੀ, ਉਹਨਾਂ ਨੇ ਜਿਹੜੀ ਆਪਦੀ ਰਿਪੋਰਟ 99% ਦੇ ਦਿੱਤੀ, ਜਿਹੜੀ ਤੁਸੀਂ ਗੱਲ ਕੀਤੀ ਹੈ। ਜੇ ਆਪਾਂ ਦੂਜੀ ਗੱਲ ਕਰੀਏ ਜਿਹੜੀ ਖਟੜੇ ਦੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ, ਉਹ ਤੋਂ ਤੁਸੀਂ ਕੀ ਮੰਨਦੇ ਹੋ? ਉਹ ਹੁਣ ਕਿੱਥੇ ਖੜੀ ਹੈ? ਉਹ ਤੋਂ ਵੀ ਇਨਸਾਫ ਮਿਲ ਗਿਆ ਕਿ ਨੇੜੇ ਪਹੁੰਚ ਗਿਆ ਕੰਮ? ਹਜੇ ਖੱਟੜ ਸਾਹਿਬ ਨੇ ਰਿਪੋਰਟ ਦਿੱਤੀ ਹੈ, ਇਨਵੈਸਟੀਗੇਸ਼ਨ ਹੋ ਰਹੀ ਹੈ। ਉਹ ਤਾਂ ਜਦੋਂ ਜੀ ਸਾਹਮਣੇ ਆਊਗੀ, ਜਮਾਂ 100% ਸਾਹਮਣੇ ਆਊਗੀ, ਕਿਉਂਕਿ ਅਸੀਂ ਪੰਥ ਦੇ ਜਵਾਬਦੇਹ ਹਾਂ, ਕੌਮ ਨੂੰ ਜਵਾਬਦੇਹ ਹਾਂ। ਉਹ ਜਦੋਂ ਸਾਹਮਣੇ ਆਊਗੀ ਉਦੋਂ ਠੀਕ ਕਵਾਂਗੇ। ਪਰ ਉਹ ਵੀ ਜਿੰਨੀ ਚੱਲ ਰਹੀ ਸੀ ਠੀਕ ਚੱਲ ਰਹੀ ਸੀ, ਪਰ ਜਿੰਨਾ ਚਿਰ ਸਾਡੇ ਸਾਹਮਣੇ ਨਹੀਂ ਆਉਂਦੇ, ਜਿੰਨਾ ਚਿਰ ਸਾਡੇ ਸਾਹਮਣੇ ਉਹਦਾ ਐਂਡ ਨਹੀਂ ਆਉਂਦਾ, ਉਹਨਾਂ ਚਿਰ ਅਸੀਂ ਉਸ ਨੂੰ ਨਾ ਯੈਸ ਕਹਿ ਸਕਦੇ ਹਾਂ। ਪਰ ਜਿਹੜਾ ਕੰਮ ਚੱਲ ਰਿਹਾ ਉਹ ਠੀਕ ਚੱਲ ਰਿਹਾ। ਤੇ ਖੱਟੜ ਸਾਹਿਬ ਨੂੰ ਵੀ ਹੁਣ 6 ਮਹੀਨੇ ਤਾਂ ਬਈ ਰਹਿ ਗਏ ਆ, 6 ਮਹੀਨੇ ਤਾਂ ਰਹਿ ਗਏ। 6 ਮਹੀਨੇ ਬਾਅਦ ਚੋਣ ਜਾਬਤਾ ਲੱਗ ਜਾਣਾ। ਕੀ ਪਤਾ ਮੋਦੀ ਸਰਕਾਰ 6 ਮਹੀਨੇ ਦੀ ਬਜਾਏ ਕਿਸਾਨਾਂ ਦੇ ਅੰਦੋਲਨ 'ਚ ਕਹਦੇ ਵੀ ਪੰਜਾਬ ਦਾ ਮਾਹੌਲ ਖਰਾਬ ਹੈ, ਉਹ 6 ਮਹੀਨੇ ਦੀ ਬਜਾਏ 9 ਮਹੀਨੇ ਪਹਿਲਾਂ ਹੀ ਇਹ ਚੋਣਾਂ ਦਾ ਐਲਾਨ ਕਰਾ ਕੇ ਇਹ ਚੋਣਾਂ ਕਰਾ ਸਕਦੀ ਹੈ। ਤੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਹਜੇ ਯਾਰੀ ਟੁੱਟੀ ਨਹੀਂ ਹੈ। ਦੂਜੇ ਪਾਸੇ ਟੇਢੇ ਢੰਗ ਨਾਲ ਆਮ ਆਦਮੀ ਪਾਰਟੀ ਵੀ ਮੋਦੀ ਸਰਕਾਰ ਦੀ ਮਦਦ ਕਰ ਰਹੀ ਹੈ, ਮੋਦੀ ਦੀ ਮਦਦ ਕਰ ਰਹੀ ਹੈ ਕਿ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਬਚ ਕੇ ਨਹੀਂ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ, ਜੇ ਤੁਸੀਂ ਪੰਜਾਬ ਨੂੰ ਬਚਾਉਣਾ, ਹਿੰਦੂਆਂ ਨੂੰ ਬਚਾਉਣਾ, ਮੁਸਲਮਾਨਾਂ ਨੂੰ ਬਚਾਉਣਾ, ਈਸਾਈਆਂ ਨੂੰ ਬਚਾਉਣਾ, ਕਿਸਾਨਾਂ ਨੂੰ ਬਚਾਉਣਾ, ਸਾਰਿਆਂ ਨੂੰ ਬਚਾਉਣਾ। ਕਿਉਂਕਿ ਰਾਜ ਹੁੰਦਾ ਜਿਹਦਾ ਰਾਜ ਉਹਦਾ ਤੇਜ ਹੈ। ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਹੁਣ ਸਾਨੂੰ ਸਾਰਿਆਂ ਨੂੰ ਦਿੱਲੀ ਤੋਂ ਜਿਹੜੀਆਂ ਪਾਰਟੀਆਂ ਆਉਂਦੀਆਂ, ਜੇ ਇੱਥੇ ਗੁਰੂ ਗ੍ਰੰਥ ਸੁਰੱਖਿਆ ਹੋਵੇ, ਇੱਥੇ ਸਾਰੇ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਸਾਰੇ ਸੁਰੱਖਿਅਤ ਹੋਣ, ਸਾਨੂੰ ਪੰਜਾਬ ਜਿਹੜਾ ਨਾ ਉਹ ਕਾਂਗਰਸ ਮੁਕਤ ਕਰਨਾ ਚਾਹੀਦਾ, ਬਾਦਲ ਮੁਕਤ ਕਰਨਾ ਚਾਹੀਦਾ, BJP ਮੁਕਤ ਕਰਨਾ ਚਾਹੀਦਾ, ਤੇ BJP RSS ਦਾ ਵਿੰਗ ਜਿਹੜਾ ਕੇਜਰੀਵਾਲ ਹੈ ਉਹਨਾਂ ਨੂੰ ਮੁਕਤ ਕਰਨਾ ਚਾਹੀਦਾ। ਲੋਕਾਂ ਨੂੰ ਆਪਣੇ ਪੰਜਾਬ ਦੇ ਲੋਕਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਤਾਂ ਜੋ ਗੁਰੂ ਦੀਆਂ ਬੇਅਦਬੀਆਂ ਹੋਣੀਆਂ ਬੰਦ ਹੋ ਜਾਣ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਜਸਕਰਨ ਸਿੰਘ ਕਾਹਨ ਸਿੰਘ ਆਲਾ, ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਸੀਨੀਅਰ ਆਗੂ ਹੈ। ਪਿਛਲੇ ਦਿਨੀ ਜਿਹੜੀ ਇੱਕ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੇ ਇਨਵੈਸਟੀਗੇਸ਼ਨ ਟੀਮ ਸੀਗੀ ਕੋਟਕਪੂਰਾ ਤੇ ਬਾਈਬਲ ਗੋਲੀकांड ਮਾਮਲੇ ਦੀ, ਉਹਨਾਂ ਦੇ ਜਿਹੜੇ ਮੈਂਬਰ ਸੀਗੇ IG ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੇ ਆਪ ਦਾ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ 99% ਆ ਜਿਹੜਾ ਉਹਨਾਂ ਵੱਲੋਂ ਜਿਹੜੀ ਜਾਂਚ ਕਰ ਦਿੱਤੀ ਗਈ ਹੈ। ਹੁਣ ਇਹਨਾਂ ਦਾ ਵੀ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੁੰਵਰ ਵਿਜੇ ਪ੍ਰਤਾਪ ਤੇ ਇਹਨਾਂ ਨੇ ਜ਼ਰੂਰ ਸੰਤੁਸ਼ਟੀ ਜਿਹੜੀ ਹੈ ਜ਼ਾਹਰ ਕੀਤੀ ਹੈ। ਤੇ ਨਾਲ ਹੀ ਇਹਨਾਂ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਦੋਨਾਂ ਜਿਹੜੀਆਂ ਜਾਂਚ ਜਿਹੜੀਆਂ ਹੋਈਆਂ, ਉਧਰ ਜਿਹੜੀ ਖਟੜੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਉਹਦਾ ਵੀ ਜਿਹੜਾ ਇਨਸਾਫ ਜਿਹੜਾ ਕੈਪਟਨ ਸਰਕਾਰ ਨੂੰ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਹੈ। ਹੁਣ ਦੇਖਣ ਵਾਲੀ ਗੱਲ ਹੋਵੇ ਕਿ ਕਦੋਂ ਤੱਕ ਜਿਹੜਾ ਲੋਕਾਂ ਨੂੰ ਜਿਹੜੇ ਦੋਨੇ ਜਿਹੜੇ ਇਨਸਾਫ ਮਿਲਦੇ ਦਿਖਣਗੇ। ਗੁਰਜੀਤ ਸਿੰਘ ਰਮਾਣਾ, ਗਲੋਬਲ ਪੰਜਾਬ TV, ਫਰੀਦਕੋਟ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।